ਇਹ ਅਮੋਲਕ ਖਜ਼ਾਨਾ ਸਾਨੂੰ ਤਾਂ ਹੀ ਮਿਲਿਆ ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਸੱਚ ਨੂੰ, ਇਸ ਖਜ਼ਾਨੇ ਨੂੰ ਸਾਡੀ ਝੋਲੀ ਵਿੱਚ ਗਿਆਨ ਨੂੰ ਪਾਉਣ ਵਾਸਤੇ ਤੱਤੀ ਤਵੀ ਤੇ ਬੈਠੇ। ਆਖੋ ਸਤਿਨਾਮ। ਕਿਸੇ ਦੀ ਫੋਕੀ ਵਡਿਆਈ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖੀ, ਕਿਸੇ ਦੀ ਉਸਤਤ ਨਹੀਂ ਕੀਤੀ। ਜੋ ਬਾਣੀ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਜੋ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਬਾਣੀ ਉਚਾਰਨ ਕੀਤੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਦਰਜ ਕੀਤੀ। ਉਹ ਗੱਲ ਵੱਖਰੀ ਹੈ ਕਿ ਸਾਡੀ ਬਦਕਿਸਮਤੀ ਹੈ ਵੀ ਅਸੀਂ ਐਡਾ ਅਮੋਲਕ ਖਜ਼ਾਨਾ ਜੋ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਆ, ਤੇ ਇਹ ਸੱਚ ਨੂੰ ਸਾਡੀ ਝੋਲੀ ਵਿੱਚ ਪਾਉਣ ਵਾਸਤੇ ਆਪ ਗੁਰੂ ਸਾਹਿਬ ਜੀ ਤੱਤੀ ਤਵੀ ਤੇ ਬੈਠੇ, ਪਰ ਅਸੀਂ ਪੂਰਾ ਬਾਚ ਨਹੀਂ ਸਕੇ, ਅਸੀਂ ਪੂਰਾ ਸਮਝ ਨਹੀਂ ਸਕੇ। ਇਹ ਪ੍ਰਮਾਤਮਾ ਦੀ ਰਹਿਮਤ ਹੋਣੀ ਚਾਹੀਦੀ ਹੈ, ਬਖਸ਼ਿਸ਼ ਹੋਣੀ ਚਾਹੀਦੀ ਹੈ। ਖਜ਼ਾਨਾ ਬਹੁਤ ਵੱਡਾ ਬਖਸ਼ਿਆ, ਅਮੋਲਕ, ਪਰ ਧਿਆਨ ਤੋਂ ਬਿਨਾਂ, ਗਿਆਨ ਤੋਂ ਬਿਨਾਂ, ਸਮਝਣ ਤੋਂ ਬਿਨਾਂ ਅਸੀਂ ਭਰਮਾਂ ਵਿੱਚ ਪਏ ਹੋਏ ਹਾਂ। ਤਾਂ ਹੀ ਸਾਡਾ ਆਰਥਿਕ, ਸਮਾਜਿਕ, ਮਾਨਸਿਕ ਸ਼ੋਸ਼ਣ ਹੋ ਰਿਹਾ, ਕਿਉਂਕਿ ਅਸੀਂ ਗੁਰੂ ਜੀ ਦੇ ਸ਼ਬਦਾਂ ਤੋਂ ਬਹੁਤ ਕੋਹਾਂ ਦੂਰ ਰਹਿ ਗਏ, ਜਿਹਦੇ ਕਾਰਨ ਸਾਨੂੰ ਸਮਝ ਨਹੀਂ ਆਈ। ਬਿਰਲੇ ਬਿਰਲੇ ਆ ਜਿਨ੍ਹਾਂ ਨੇ ਬਾਣੀ ਤੇ ਖੋਜ ਕੀਤੀ, ਜਿਨ੍ਹਾਂ ਨੇ ਬਾਣੀ ਨੂੰ ਵਾਚਿਆ, ਸਮਝ ਲਈ ਤੇ ਆਪਣਾ ਜੀਵਨ ਬਣਾ ਗਏ। ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਬਾਣੀ ਅੰਦਰ ਉਪਦੇਸ਼ ਕਰਦੇ ਹਨ। ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਦ ਉਸਤਤ ਕਰੀਏ। ਕਵਨ ਜੋਗ, ਕਿਹੜਾ ਜੋਗ ਸਾਧਨ ਕਰੀਏ, ਕਿਹੜਾ ਗਿਆਨ ਵਿਚਾਰੀਏ, ਕਿਹੜਾ ਧਿਆਨ ਧਰੀਏ, ਉਹ ਕਿਹੜੀ ਜੁਗਤੀ ਵਰਤੀਏ, ਜਿਸ ਕਰਕੇ ਅਸੀਂ ਅਕਾਲ ਪੁਰਖ ਦੇ ਗੁਣ ਗਾ ਸਕੀਏ। ਗੁਰੂ ਸਾਹਿਬ ਜੀ ਕਹਿੰਦੇ ਆ, ਕਵਨ ਜੋਗ ਕੌਣ ਗਿਆਨ ਧਿਆਨ, ਕਵਨ ਵਿਦ ਉਸਤਤ ਕਰੀਏ। ਵੀ ਕਿਵੇਂ ਵਡਿਆਈ ਕਰੀਏ, ਕਿਵੇਂ ਗੁਣ ਗਾਈਏ, ਉਹ ਕਿਹੜਾ ਜੋਗ ਹੈ, ਕਿਹੜਾ ਸਾਧਨ ਹੈ। ਸਿੱਧ ਸਾਧਕ 33 ਕੋਰ ਤਿਰਕੀਮ ਨਾ ਭਰੀਐ। ਸਿੱਧ ਸਾਧਕ ਅਤੇ 33 ਕਰੋੜ ਦੇਵਤਿਆਂ ਪਾਸੋਂ ਵੀ ਕਾਲ ਪੁਰਖ ਦਾ ਮੁੱਲ ਰੱਤਾ ਵੀ ਨਹੀਂ ਪੈ ਸਕਿਆ। ਬ੍ਰਹਮਾਦਿਕ ਸਨਕਾਦ ਸੇਖ ਗੁਣ ਅੰਤ ਨਾ ਪਾਏ। ਬ੍ਰਹਮਾ ਤੇ ਹੋਰ ਦੇਵਤੇ, ਬ੍ਰਹਮਾ ਦੇ ਪੁੱਤਰ ਸਨਕ ਆਦਿਕ ਸ਼ੇਸ਼ ਨਾਗ, ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕੇ। ਅਗਹੋਂ ਗਹਿਓ ਨਹੀਂ ਜਾਏ, ਪੂਰ ਸਰਬ ਰਹਿਓ ਸਮਾਏ। ਅਕਾਲ ਪੁਰਖ ਮਨੁੱਖਾਂ ਦੀ ਸਮਝ ਤੋਂ ਉੱਚਾ ਹੈ, ਉਹਦੀ ਗਤ ਪਾਈ ਨਹੀਂ ਜਾ ਸਕਦੀ, ਸਾਰੇ ਥਾਈਂ ਵਿਆਪਕ ਹੈ ਤੇ ਸਭ ਵਿੱਚ ਰਮਿਆ ਹੋਇਆ ਹੈ। ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤੇ। ਦਇਆਲ ਮਾਲਕ ਨੇ, ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ ਮਾਇਆ ਦੇ ਮੋਹ ਦੀ ਫਾਈ ਕੱਟ ਦਿੱਤੀ, ਤੇ ਉਹ ਮਨੁੱਖ ਦੀ ਭਗਤੀ, ਉਹ ਮਨੁੱਖ ਗੁਰੂ ਜੀ ਦੀ ਭਗਤੀ ਵਿੱਚ ਜੁੜ ਗਏ। ਜੇ ਕਾਟੀ ਸਿਲਕ ਦਇਆਲ ਪ੍ਰਭ ਸੇ ਜਨ ਲੱਗੇ ਭਗਤ, ਉਹ ਭਗਤੀ ਵਿੱਚ ਜੁੜ ਜਾਂਦੇ। ਮੋਹ ਦੀ ਫਾਈ ਕੱਟਣ ਤੋਂ ਭਾਵ ਕੀ ਹੈ ਵੀ ਜਦੋਂ ਅਸੀਂ ਇਸ ਪਰਿਵਾਰ ਵਿੱਚ ਰਹਿੰਦੇ, ਸੰਸਾਰ ਵਿੱਚ ਰਹਿੰਦੇ, ਮੋਹ ਤੋਂ ਉਪਰਾਮ ਹੋ ਕੇ ਉਹਦੇ ਗੁਣਾਂ ਵਾਸਤੇ ਟਾਈਮ ਕੱਢਿਆ, ਜਦੋਂ ਸਮਝ ਲਓ ਵੀ ਅਸੀਂ ਨਿਤਨੇਮ ਨਾਲ ਜੁੜ ਗਏ, ਅਸੀਂ ਬਾਣੀ ਨਾਲ ਜੁੜ ਗਏ, ਅਸੀਂ ਗੁਰੂ ਘਰ ਨਾਲ ਜੁੜ ਗਏ, ਤਾਂ ਸਾਡੀ ਸਮਝ ਲਓ ਵੀ ਮੋਹ ਦੀ ਫਾਹੀ ਕੱਟੀ ਗਈ। ਆਖੋ ਸਤਿਨਾਮ। ਮੋਹ ਦੀ ਫਾਹੀ ਕੱਟੀ ਗਈ। ਹਰ ਗੁਰੂ ਨਾਨਕ ਜਿਨ ਪਰਸਿਓ, ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨ ਪਰਸੇ ਭਾਵ ਗਿਆਨ ਪ੍ਰਾਪਤ ਕੀਤਾ, ਇਤ ਉਤ ਸਦਾ ਮੁਕਤੇ, ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਗਏ, ਮਾਇਆ ਦੇ ਬੰਧਨਾਂ ਤੋਂ ਬਚ ਗਏ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ।
ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ। ਹੇ ਦਾਤੇ ਦਾਤਾਰ ਮੈਂ ਇੱਕ ਮੰਗਤਾ ਹਾਂ ਤੇ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੇ ਨਾਮ ਦੀ ਦਾਤ ਮੈਂ ਮੰਗਦਾ ਹਾਂ। ਮਿਲੈ ਦਾਨ ਸੰਤ ਰੇਨ ਜੇ ਲਗ ਭੌਜਲ ਤਰਨਾ। ਮੈਨੂੰ ਮੰਗਤੇ ਨੂੰ ਸਤ ਸੰਗੀਆਂ ਦੇ ਚਰਨਾਂ ਦੀ ਧੂੜ ਦੀ ਖੈਰ ਪਾ। ਹੁਣ ਸਤ ਸੰਗੀਆਂ ਦੇ ਚਰਨਾਂ ਦੀ ਧੂੜ ਦੀ ਖੈਰ ਤੇ ਤਾਂ ਹੀ ਮੰਗੀ ਹੈ ਨਾ ਜਿਹਦੇ ਉਹਦੇ ਵਿੱਚ ਕੋਈ ਪਾਵਰ ਹੈ, ਉਹਦੇ ਵਿੱਚ ਕੋਈ ਸ਼ਕਤੀ ਹੈ, ਉੱਥੋਂ ਕੁਝ ਮਿਲਦਾ ਹੈ। ਤਾਂ ਹੀ ਕਿਹਾ ਕਿ ਮੈਨੂੰ ਮੰਗਤੇ ਨੂੰ ਸਤ ਸੰਗੀਆਂ ਦੇ ਚਰਨਾਂ ਦੀ ਧੂੜ ਦੀ ਖੈਰ ਮਿਲ ਜਾਏ, ਤਾਂ ਕਿ ਇਸ ਧੂੜ ਦੀ ਓਟ ਲੈ ਕੇ ਮੈਂ ਇਸ ਸੰਸਾਰ ਦੇ ਘੁੰਮਣ ਘੇਰੇ ਤੋਂ ਪਾਰ ਲੰਘ ਸਕਾਂ। ਆਖੋ ਸਤਨਾਮ। ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ। ਜੇ ਤੈਨੂੰ ਚੰਗੀ ਲੱਗੇ ਤਾਂ ਮਿਹਰ ਕਰਕੇ ਮੇਰੀ ਅਰਜ਼ੋਈ ਸੁਣ, ਮੇਰੀ ਅਰਜ਼ ਸੁਣ। ਮੈਂ ਇੱਕ ਬੇਨਤੀ ਕਰਦਾ ਹਾਂ ਸਤਿਗੁਰੂ ਜੀ ਤੇਰੇ ਚਰਨਾਂ ਵਿੱਚ। ਦੇਹੋ ਦਰਸ ਮਨ ਚਾਉ ਭਗਤਿਓ ਮਨ ਠਹਿਰਾਵੈ। ਮੈਨੂੰ ਦੀਦਾਰ ਦੇ, ਮੇਰੇ ਮਨ ਵਿੱਚ ਇਹ ਤਾਂਗ ਹੈ, ਮੇਰ ਕਰ ਮੇਰਾ ਇਹ ਮਨ ਤੇਰੀ ਭਗਤੀ ਵਿੱਚ ਟਿਕ ਜਾਏ। ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ। ਗੁਰੂ ਨਾਨਕ ਹਨੇਰੇ ਵਿੱਚ ਦੀਵਾ ਜਗ ਪਿਆ। ਗੁਰੂ ਦਾ ਸ਼ਬਦ, ਗੁਰੂ ਨਾਨਕ ਹਨੇਰੇ ਵਿੱਚ ਇੱਕ ਦੀਵਾ ਜਗ ਪਿਆ। ਉਹਦੇ ਦੱਸੇ ਹੋਏ ਨਾਮ ਦੀ ਬਰਕਤ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਗਈ। ਜਦੋਂ ਗਿਆਨ ਰੂਪੀ ਦੀਵਾ ਮਿਲ ਗਿਆ, ਜਦੋਂ ਗਿਆਨ ਦਾ ਸਾਡੇ ਕੋਲ ਦੀਵਾ ਤੇ ਫਿਰ ਸਾਨੂੰ ਵਿਚਰਨਾ ਵੀ ਆ ਜਾਂਦਾ। ਸਾਨੂੰ ਸੰਸਾਰ ਵਿੱਚ, ਸਾਨੂੰ ਪਰਿਵਾਰ ਵਿੱਚ, ਸਾਨੂੰ ਦੁਨੀਆ ਵਿੱਚ ਤੇ ਕੰਮਾਂ-ਕਾਰਾਂ ਵਿੱਚ ਰਹਿੰਦੇ ਹੋਏ ਪ੍ਰਮਾਤਮਾ ਨਾਲ ਜੁੜਨ ਦੀ ਜਾਂਚ ਆ ਜਾਂਦੀ ਹੈ। ਜਦੋਂ ਗਿਆਨ ਰੂਪੀ ਦੀਵਾ ਸਾਡੇ ਹੱਥ ਵਿੱਚ ਆ ਜਾਂਦਾ ਤੇ ਜੀਵਨ ਫਿਰ ਦੇਵਤਿਆਂ ਵਰਗਾ ਬਣ ਜਾਂਦਾ ਹੈ। ਐਸੀ ਰੌਸ਼ਨੀ ਬਖਸ਼ ਦਿੰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਫਿਰ, ਕਿਉਂਕਿ ਗੁਰਬਾਣੀ ਇਸ ਜੱਗ ਮਹਿ ਚਾਨਣ। ਇਸ ਸੰਸਾਰ ਦੇ ਵਿੱਚ, ਇਸ ਜੱਗ ਦੇ ਵਿੱਚ ਗੁਰਬਾਣੀ ਚਾਨਣ ਹੈ। ਗੁਰਬਾਣੀ ਰੌਸ਼ਨੀ ਦਾ ਮਨਾਰਾ ਹੈ। ਤੇ ਸੰਸਾਰ ਵਿੱਚ ਜਦੋਂ ਬੰਦਾ ਗਿਆਨ ਰੂਪੀ ਦੀਵਾ ਲੈ ਕੇ ਤੁਰਦਾ ਹੈ ਤਾਂ ਫਿਰ ਕਈ ਭਿਆਨਕ ਟੋਇਆਂ ਤੋਂ, ਕਈ ਭਿਆਨਕ ਖਤਰਿਆਂ ਤੋਂ ਬਚ ਰਹਿੰਦਾ, ਜੋ ਸਾਨੂੰ ਉਜਾੜਨਾ ਚਾਹੁੰਦੇ ਆ, ਜੋ ਸਾਨੂੰ ਵਿਖਾਰਨਾ ਚਾਹੁੰਦੇ ਆ, ਜੋ ਸਾਨੂੰ ਮਾਰਨਾ ਚਾਹੁੰਦੇ ਆ। ਫਿਰ ਉਹਨਾਂ ਤੋਂ ਬਚਿਆ ਜਾ ਸਕਦਾ, ਕਿਉਂਕਿ ਰਾਖੀ ਕਰ ਰਹੇ ਹਾਂ ਗੁਰੂ ਦੇ ਸ਼ਬਦ ਦਾ ਪਹਿਰਾ ਹੈ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬਣ। ਤੇਰਾ ਸੇਵਕ ਹੈ ਪਾਰ ਬ੍ਰਹਮ ਤੇਰਾ ਰੂਪ। ਗੁਰੂ ਨਾਨਕ ਸਾਰੇ ਜਗਤ ਵਿੱਚ ਪ੍ਰਗਟ ਹੋਇਆ, ਇੱਕ ਰੌਸ਼ਨੀ ਲੈ ਕੇ ਆਇਆ। ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਵਈਏ ਸ੍ਰੀ ਮੁਖ ਵਾਕ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸਵਈਏ। ਵੇਖੋ ਮਨੁੱਖਾ ਜਨਮ ਦੇ ਅੰਦਰ ਕਿੱਡੇ ਵੱਡੇ ਭਾਗ ਨੇ ਕਿ ਜੋ ਸ਼ਬਦ ਆਪਾਂ ਪੜ੍ਹ ਰਹੇ ਹਾਂ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਵਿੱਚੋਂ, ਭਾਵ ਮੁਖ ਵਿੱਚੋਂ ਆਏ ਹੋਏ ਵਚਨ ਨੇ। ਤੇ ਅੱਜ ਸਾਡੇ ਕੋਲ ਨੇ ਕਿੱਡੇ ਵੱਡੇ ਭਾਗ ਹਨ ਉਹਨਾਂ ਮਨੁੱਖਾਂ ਦੇ ਜੋ ਗੁਰੂ ਜੀ ਦੇ ਬਚਨਾਂ ਨੂੰ ਪੜ੍ਹਦੇ ਆ ਤੇ ਗੁਰੂ ਜੀ ਦੇ ਬਚਨਾਂ ਨੂੰ ਸੁਣਦੇ ਆ। ਕੋਈ ਪੁਰਾਣੀ ਚੀਜ਼ ਲੱਭ ਜੇ ਨਾ, ਪੁਰਾਣੇ ਬਜ਼ੁਰਗਾਂ ਦੀ, ਦਾਦੇ ਪੜਦਾਦੇ ਦੀ ਪਈ, ਤੇ ਉਹਨੂੰ ਬੰਦਾ ਨਿਹਾਰ ਨਿਹਾਰ ਕੇ ਵੇਖਦਾ ਵੀ ਸਾਡੇ ਆ ਦਾਦੇ ਦੀ ਸਾਡੀ ਚੀਜ਼ ਹੈ। ਇਹ ਸਾਡੇ ਬਜ਼ੁਰਗਾਂ ਦਾ ਖਜ਼ਾਨਾ ਜਿਹੜਾ ਸਾਨੂੰ ਗਿਆਨ ਬਖਸ਼ਦਾ ਹੈ। ਤੇ ਏਦਾਂ ਵੇਖਣਾ ਚਾਹੀਦਾ ਵੀ ਆਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨੇ। ਏਦਾਂ ਦਰਸ਼ਨ ਕਰਨੇ। ਕਦੇ ਸਵੇਰੇ ਗੁਟਕਾ ਸਾਹਿਬ ਚੱਕ ਕੇ, ਗੁਟਕਾ ਸਾਹਿਬ ਲਾ ਕੇ ਤੂੰ ਦਰਸ਼ਨ ਹੀ ਕਰ ਲਿਆ ਕਰ। ਗੁਟਕਾ ਸਾਹਿਬ ਲੈ ਕੇ ਸਵੇਰੇ ਉੱਠ ਕੇ ਨਾ
ਗੁਟਕਾ ਸਾਹਿਬ ਦੇ ਦਰਸ਼ਨ ਹੀ ਕਰ ਲਏ ਵੀ ਆਹ ਬਾਣੀ ਮੇਰੇ ਗੁਰੂ ਨਾਨਕ ਦੀ ਉਚਾਰਨ ਕੀਤੀ ਹੋਈ ਹੈ, ਤੇਰਾ ਭਲਾ ਹੋ ਜਾਣਾ। ਆਖੋ ਸਤਿਨਾਮ। ਦਰਸ਼ਨ ਕਰ ਲੈ। ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਕਾਚੀ ਦੇ ਮੋਹ ਫੁਨ ਬਾਂਦੀ 60 ਕਠੋਰ ਕੁਚੀਲ ਕੋ ਗਿਆਨੀ। ਅਸੀਂ ਤੇ ਦੁਰਜਨ ਹਾਂ, ਕਠੋਰ ਦਿਲ ਹਾਂ, ਮੰਦੇ ਕੰਮਾਂ ਵਿੱਚ ਲੱਗੇ ਰਹਿੰਦੇ ਹਾਂ ਤੇ ਮੂਰਖ ਹਾਂ। ਕਾਚੀ ਦੇ ਮੋਹ ਫੁਨ ਬਾਂਦੀ 60 ਕਠੋਰ ਕੁਚੀਲ ਕੋ ਗਿਆਨੀ। ਇੱਕ ਤਾਂ ਅੱਗੇ ਹੀ ਮੇਰਾ ਸ਼ਰੀਰ ਸਦਾ ਥਿਰ ਰਹਿਣ ਵਾਲਾ ਨਹੀਂ ਹੈ, ਉੱਤੋਂ ਸਗੋਂ ਮੋਹ ਨਾਲ ਜਕੜਿਆ ਪਿਆ ਹੈ ਤੇ ਇਹਨੇ ਵਿਅਰਥਤਾ ਫਿਰ ਜਾਣੀ ਜਾਣਾ ਹੈ। ਆਖੋ ਸਤਨਾਮ। ਧਾਵਤ ਭ੍ਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਇਸ ਮੋਹ ਦੇ ਕਾਰਨ ਭਟਕਦਾ ਫਿਰਦਾ ਹਾਂ, ਮਨ ਟਿਕਦਾ ਨਹੀਂ ਹੈ ਤੇ ਨਾ ਹੀ ਮੈਂ ਇਹ ਜਾਣਿਆ ਕਿ ਪ੍ਰਮਾਤਮਾ ਕਿਹੋ ਜਿਹਾ ਹੈ। ਜੋਵਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਬਡੋ ਅਭਿਮਾਨੀ। ਵਹ ਜਵਾਨੀ ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿੱਚ ਹੀ ਮਸਤ ਹੋਇਆ ਰਿਹਾ। ਨਾਲੇ ਪਤਾ ਹੈ ਵੀ ਇਹ ਥੋੜੇ ਜਿਹੇ ਸਮੇਂ ਦਾ ਰੰਗ ਹੈ। ਜੋਵਨ ਰੂਪ ਮਾਇਆ ਮਦ ਮਾਤਾ, ਮੈਂ ਤਾਂ ਜਵਾਨੀ ਤੇ ਸੋਹਣੀ ਸ਼ਕਲ ਦੇ ਮਾਣ 'ਚ ਹੀ ਤੁਰਿਆ ਫਿਰਿਆ ਤੇ ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਤੇ ਬੜਾ ਮਾਣ ਵਾਲਾ ਹੰਕਾਰੀ ਹੋ ਗਿਆ। ਪਰ ਤਨ ਪਰ ਅਪਵਾਦ ਨਾਰ ਨਿੰਦਾ, ਯਹ ਮਿੱਠੀ ਜੀ ਮਾਹੇ ਹਿਤਾਨੀ। ਪਰਾਇਆ ਧਨ ਪਰਾਈ ਵਕੀਲੀ, ਤੇ ਮੈਂ ਤਾਂ ਮੰਦ ਨਿਗਾਹ ਨਾਲ ਤੱਕਣਾ ਤੇ ਪਰਾਈ ਨਿੰਦਾ ਮੈਨੂੰ ਆਪਣੇ ਹਿਰਦੇ ਵਿੱਚ ਇਹ ਗੱਲਾਂ ਮਿੱਠੀਆਂ ਤੇ ਪਿਆਰੀਆਂ ਲੱਗਣ ਲੱਗ ਪਈਆਂ। ਭਾਵ ਹੋਰ ਪਾਸੇ ਤੁਰ ਪਿਆ, ਜਿੱਧਰ ਤੁਰਨਾ ਸੀ ਉਧਰ ਤੁਰਿਆ ਹੀ ਨਹੀਂ ਗਿਆ, ਟਾਈਮ ਲੰਘਾ ਲਿਆ। ਪਰ ਤਨ ਪਰ ਅਪਵਾਦ ਨਾਰ ਨਿੰਦਾ, ਯਹ ਮਿੱਠੀ ਜੀ ਮਾਹੇ ਹਿਤਾਨੀ। ਬਲਵੰਚ ਛਪ ਕਰ ਤੋ ਪਾਵਾਂ, ਪੇਖਤ ਸੁਨਤ ਪ੍ਰਭ ਅੰਤਰਜਾਮੀ। हे ਅੰਤਰਜਾਮੀ ਪ੍ਰਭੂ, ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ, ਪਰ ਤੂੰ ਵੇਖਦਾ ਵੀ ਹੈ ਤੇ ਤੂੰ ਸੁਣਦਾ ਵੀ ਹੈ। ਆਖੋ ਸਤਨਾਮ। ਉਹ ਬਿਨਾ ਬਹਿਰਾ ਹੈ ਨਾ ਗੂੰਗਾ ਹੈ। ਉਹ ਇਦਾਂ ਲੱਗਦਾ ਜਿਵੇਂ ਚੰਗੇ ਕੰਮ ਹੀ ਵੇਖਦਾ ਹੋਵੇ ਸਾਨੂੰ, ਉਹ ਸਾਰੇ ਹੀ ਵੇਖਦਾ। ਇਹ ਨਹੀਂ ਵੀ ਕੱਲਾ ਸੇਵਾ ਕਰਦਿਆਂ ਦੀ ਨਿਗਾਹ ਪੈਂਦੀ ਹੈ। ਬਲਵੰਚ ਛਪ ਕਰ ਤੋ ਪਾਵਾਂ, ਪੇਖਤ ਸੁਨਤ ਪ੍ਰਭ ਅੰਤਰਜਾਮੀ। ਸੀਲ ਧਰਮ ਦਇਆ ਸੁਚ ਨਾਸਤ, ਆਇਓ ਸ਼ਰਨ ਜੀ ਕੇ ਦਾਨੀ। हे ਜੀ ਦਾਨ ਦੇਣ ਵਾਲੇ, ਮੇਰੇ ਵਿੱਚ ਨਾ ਸੀਲ ਨਾ ਧਰਮ ਸੰਜਮ ਨਾ ਦਇਆ ਹੈ ਨਾ ਸੁਚ ਹੈ, ਤੇ ਮੈਂ ਤਾਂ ਔਗਣਾ ਦਾ ਭਰਿਆ ਹੋਇਆ ਤੇਰੀ ਸ਼ਰਨ ਵਿੱਚ ਆਇਆ ਹਾਂ। ਕਾਰਣ ਕਰਨ ਸਮਰੱਥ ਸ੍ਰੀ ਤਰ, ਰਾਖ ਲਿਹੋ ਨਾਨਕ ਕੇ ਸੁਆਮੀ। हे ਸ੍ਰਿਸ਼ਟੀ ਦੇ ਸਮਰੱਥ ਕਰਤਾਰ, हे ਮਾਇਆ ਦੇ ਮਾਲਕ, हे ਨਾਨਕ ਦੇ ਸੁਆਮੀ, ਮੈਨੂੰ ਇਹਨਾਂ ਤੋਂ ਰੱਖਣਾ ਕਰ। ਕੀਰਤ ਕਰਨ ਸ਼ਰਨ ਮਨ ਮੋਹਨ, ਜੋਹਨ ਪਾਪ ਵਿਦਾਰਨ ਕੋ। ਮਨ ਨੂੰ ਮੋਹ ਲੈਣ ਵਾਲੇ ਮਾਲਕ ਹਰੀ ਦੀ ਸਿਫਤ ਸਲਾਹ ਕਰਨੀ ਤੇ ਉਹਦੀ ਸ਼ਰਨੀ ਪੈਣਾ ਜੀਵਾਂ ਦੇ ਪਾਪਾਂ ਦੇ ਨਾਸ ਕਰਨ ਲਈ ਇਹ ਸਮਰੱਥ ਹੈ। ਭਾਵ ਹਰੀ ਦੀ ਸ਼ਰਨ ਪੈ ਕੇ ਉਹਦਾ ਜਸ ਕਰੀਏ ਤਾਂ ਫਿਰ ਪਾਪ ਦੂਰ ਹੋ ਜਾਂਦੇ ਹਨ। ਹਰ ਹਰ ਤਾਰਨ ਤਰਨ ਸਮਰੱਥ ਸਵੈ, ਵਿਦ ਕੁਲੈ ਸਮੂਹ ਉਦਾਹਰਣ ਸੌ। ਹਰੀ ਜੀਆਂ ਨੂੰ ਸੰਸਾਰ ਸਾਗਰ ਤੋਂ ਤਾਰਨ ਲਈ ਜਹਾਜ਼ ਹੈ ਪਰਮਾਤਮਾ ਦਾ ਨਾਮ ਤੇ ਪਰਮਾਤਮਾ, ਅਤੇ ਭਗਤ ਜਨਾਂ ਦੀਆਂ ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ। ਚਿੱਤ ਚੇਤ ਅਚੇਤ ਜਾਨ ਸਤ ਸੰਗਤ, ਭਰਮ ਅੰਧੇਰ ਮੋਹਿਓ ਕਤ ਧਉ। हे ਮੇਰੇ ਗਾਫਲ ਮਨ, ਰਾਮ ਨੂੰ ਸਿਮਰ ਤੇ ਸਾਧ ਸੰਗਤ ਨਾਲ ਸਾਂਝ ਪਾ। ਭਰਮ ਰੂਪ ਹਨੇਰੇ ਦਾ ਮੁੱਠਿਆ ਹੋਇਆ ਤੂੰ ਕਿੱਧਰ ਭਟਕਦਾ ਫਿਰਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਆ, ਚਿੱਤ ਚੇਤ ਅਚੇਤ ਜਾਨ ਸਤ ਸੰਗਤ, ਭਰਮ ਅੰਧੇਰ ਮੋਹਿਓ ਕਤ ਧਉ। ਮੂਰਤ ਕਰੀ ਚਸਾ ਪਲ ਸਿਮਰਨ, ਰਾਮ ਨਾਮ ਰਸਨਾ ਸੰਗ ਲਓ। ਮੂਰਤ ਮਾਤਰ ਘੜੀ ਭਰ, ਚੱਸਾ ਮਾਤਰ ਜਾਂ ਪਲ ਪਰ ਹੀ ਰਾਮ ਦਾ ਸਿਮਰਨ ਕਰ। ਕੱਲ ਵੀ ਸੁਣਿਆ ਸੀ ਨਾ, ਏਕ ਘਰੀ ਆਦੀ ਹੂੰ ਫਨ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ।
ਇੱਥੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਮੂਰਤ ਘੜੀ ਚੱਸਾ ਪਲ ਸਿਮਰਨ, ਕਿ ਮੂਰਤ ਮਾਤਰ ਘੜੀ ਭਾਰੀ ਜਪ ਲੈ, ਚੱਸਾ ਮਾਤਰ ਭਾਵ ਥੋੜਾ ਜਿਹਾ ਸਮਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ ਲੈ ਜੀਵ ਨਾਲ। ਹੋਛੋ ਕਾਜ ਅਲਪ ਸੁਖ ਬੰਧਨ, ਕੋਟ ਜਨਮ ਕਹਾਂ ਦੁਖ ਪਾਉ। ਇਹ ਦੁਨੀਆ ਦਾ ਧੰਦਾ ਸਦਾ ਨਾਲ ਨਿਭਣ ਵਾਲਾ ਨਹੀਂ ਹੈ। ਮਾਇਆ ਦੇ ਥੋੜੇ ਜਿਹੇ ਸੁਖ ਜੀਵ ਨੂੰ ਫਸਾਉਣ ਦਾ ਕਾਰਨ ਹਨ, ਡੋਬਣ ਦਾ ਕਾਰਨ ਹੀ ਇਹ ਮਾਇਆ ਹੈ। ਇਹ ਮਾਇਆ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਬਿਨਾਂ ਦੰਦਾਂ ਤੋਂ ਖਾ ਜਾਂਦੀ। ਤੇ ਕਿੰਨੇ ਕਿੰਨੇ ਧਨੀ ਲੋਕ ਖਾ ਲਏ ਬਿਨਾਂ ਦੰਦਾਂ ਤੋਂ ਮਾਇਆ ਨੇ, ਕਿੱਡੇ ਧਨੀ। ਪਤਾ ਲੱਗਾ ਦੁਨੀਆ 'ਚ ਤਰੱਕੀ ਹੈ, ਧਨ ਬਹੁਤ ਹੈ, ਤੇ ਮਾਇਆ ਦੇ ਕਾਰਨ ਹੀ ਸਰੀਰ ਦਾ ਨਾਸ਼ ਹੋ ਗਿਆ। ਇਹ ਫਸਾਉਣ ਦਾ ਕਾਰਨ ਹੀ ਹੈ ਮਾਤ। ਇਹਨਾਂ ਦੀ ਖਾਤਰ ਕਿੱਥੇ ਕਰੋੜਾਂ ਜਨਮਾਂ ਤਾਈਂ ਤੂੰ ਦੁੱਖਾਂ ਵਿੱਚ ਭਟਕਦਾ ਫਿਰੇਂਗਾ। ਇਹਦੇ ਵਿੱਚ ਲੱਗਿਆ ਕਰੋੜਾਂ ਜਨਮਾਂ ਤਾਈਂ ਤੈਨੂੰ ਫਿਰ ਕਈ ਕਈ ਜਨਮ ਧਾਰਨ ਕਰਨੇ ਪੈਣੇ ਆ। ਸਿੱਖਿਆ ਸੰਤ ਨਾਮ ਭਜ ਨਾਨਕ, ਰਾਮ ਰੰਗ ਆਤਮ ਸਿਉਰੋਂ। ਤਾਂ ਤੇ ਹੈ ਨਾਨਕ, ਧੰਨ ਗੁਰੂ ਨਾਨਕ ਦੇਵ ਜੀ ਗੁਰਮੁਖਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ ਤੇ ਨਾਮ ਦੇ ਰੰਗ ਵਿੱਚ ਮਗਨ ਹੋ ਕੇ ਆਪਣੇ ਅੰਦਰ ਆਨੰਦ ਲੈ। ਆਨੰਦ, ਖੁਸ਼ੀ, ਖੇੜਾ, ਆਨੰਦਿਤ ਹੋਣਾ, ਆਨੰਦ ਭਰਪੂਰ ਹੋ ਜਾਣਾ। ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇ ਸਵਾਰ ਤਰੀ। ਐ ਜੀਵ ਪ੍ਰਮਾਤਮਾ ਨੇ ਪਿਤਾ ਦਾ ਰੱਤਾ ਕੋ, ਮਾਂ ਪਿਓ ਦੇ ਸਵੰਦ ਰੂਪ ਖੇਤ ਨਿੰਮਿਆ ਤੇ ਤੇਰਾ ਅਮੋਲਕ ਮਨੁੱਖਾ ਸਰੀਰ ਸਜਾ ਕੇ ਰੱਖ ਦਿੱਤਾ। ਵਾ ਮਾਤਾ ਪਿਤਾ ਦੇ ਜਰੀਏ ਤੇਰਾ ਇਹ ਮਾਂ ਦੇ ਪੇਟ ਰੂਪ ਖੇਤ ਵਿੱਚ ਤੂੰ ਨਿੰਮਿਆ ਪਾ ਪੈਦਾ ਹੋਇਆ, ਤੇ ਤੇਰਾ ਅਮੋਲਕ, ਅਮੋਲਕ ਕਿਹਾ ਨਾ ਮਹਾਰਾਜ ਨੇ, ਮਨੁੱਖਾ ਸਰੀਰ ਸਜਾ ਕੇ ਰੱਖ ਦਿੱਤਾ ਤੇਰਾ ਪਰਮਾਤਮਾ ਨੇ, ਵਾਹਿਗੁਰੂ ਨੇ, ਅਕਾਲ ਪੁਰਖ ਨੇ। ਖਾਣ ਪਾਣ ਸੋਧੇ ਸੁਖ ਪਹੁੰਚਤ, ਸੰਕਟ ਕਾਟ ਬਿਪਤ ਹਰੀ। ਫੇਰ ਤੈਨੂੰ ਮਾਤਾ ਦੇ ਪੇਟ ਵਿੱਚ ਸਿਰਜਿਆ, ਉਹਨੇ ਤੈਨੂੰ ਖਾਣ ਪੀਣ ਦੇ ਪਦਾਰਥ ਮਹਿਲ ਮਾੜੀਆਂ ਤੇ ਮਾਨਣ ਨੂੰ ਸੁਖ ਬਖਸ਼ੇ। ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ। ਮਾਤ ਪਿਤਾ ਭਾਈ ਅਰ ਬੰਧਵ, ਬੂਝਨ ਕੀ ਸਭ ਸੂਝ ਪਰੀ। ਹੇ ਜੀਵ, ਪਰਮਾਤਮਾ ਦੀ ਮਿਹਰ ਨਾਲ ਤਦੋਂ ਮਾਂ ਪਿਓ ਭਰਾ ਤੇ ਸਾਕ ਸੈਣ ਪਛਾਣਨ ਦੀ ਤੇਰੇ ਅੰਦਰ ਸੂਝ ਪੈਦਾ ਕੀਤੀ ਪਰਮਾਤਮਾ ਨੇ। ਕਿੱਥੋਂ ਸ਼ੁਰੂ ਹੋਇਆ ਸ਼ਬਦ ਵੇਖੋ ਵੀ ਮਾਂ ਦੇ ਪੇਟ ਰੂਪ ਖੇਤ ਵਿੱਚ ਨਿੰਮਿਆ, ਫਿਰ ਖਾਣ ਪਾਣ ਸੋਧੇ, ਤੇਰਾ ਖਾਣ ਪੀਣ ਦਾ ਪ੍ਰਬੰਧ ਕੀਤਾ। ਮਾਤ ਪਿਤਾ ਭਾਈ ਅਰ ਬੰਧਪ, ਫਿਰ ਤੈਨੂੰ ਮਿਹਰ ਨਾਲ ਮਾਂ ਪਿਓ ਭਰਾ ਸਾਕ ਸੈਣ ਪਛਾਣਨ ਤੇਰੇ ਅੰਦਰ ਸੂਝ ਪੈਦਾ ਕੀਤੀ। ਵਰਦਮਾਨ ਹੋਵਤ ਦਿਨ ਪ੍ਰਤ, ਨਿਤ ਆਵਤ ਨਿਕਟ ਬਿਖਮ ਜਰੀ। ਦਿਨੋਂ ਦਿਨ ਸਦਾ ਤੇਰੀ ਸਰੀਰ ਵੱਧ ਫੁੱਲ ਰਿਹਾ ਹੈ। ਤੇ ਐਦਾਂ ਵੀ ਖਿਆਲ ਰੱਖ ਵੀ ਡਰਾਉਣਾ ਬੁਢੇਪਾ ਨੇੜੇ ਆ ਰਿਹਾ ਹੈ। ਨਿਕਟ ਬਿਖਮ ਜਰੀ, ਜਰੀ ਭਾਵ ਬੁਢੇਪਾ, ਬੁਢੇਪੇ ਦੀ ਜਰ। ਹਰੇ ਗੁਣਹੀਨ ਦੀਨ ਮਾਇਆ, ਕ੍ਰਿਮ ਸਿਮਰ ਸੁਆਮੀ ਏਕ ਕਰੀ। ਹੈ ਗੁਣਾ ਤੋਂ ਸਖਣੇ ਕੰਗਲੇ, ਮਾਇਆ ਦੇ ਕੀੜੇ ਇੱਕ ਘੜੀ ਤਾਂ ਉਸ ਮਾਲਕ ਨੂੰ ਯਾਦ ਕਰ। ਇਹ ਮਾਇਆ ਦਾ ਕੀੜਾ ਬਣ ਕੇ ਨਾਰੇ ਜੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਰੇ ਗੁਣਹੀਨ ਦੀਨ ਮਾਇਆ ਕਿਰਮ। ਕਿਰਮ ਕਹਿੰਦੇ ਆ ਕੀੜੇ ਨੂੰ। ਸਿਮਰ ਸੁਆਮੀ ਏਕ ਕਰੀ, ਤੂੰ ਕੇਵਲ ਮਾਇਆ ਦਾ ਕੀੜਾ ਬਣ ਕੇ ਨਾ ਰਹਿ ਜੀ। ਤੇ ਜਿਹਨੇ ਤੇਰੇ ਉੱਤੇ ਇਤਨੀਆਂ ਬਖਸ਼ਿਸ਼ਾਂ ਕੀਤੀਆਂ ਨੇ, ਜੋ ਆਪਾਂ ਮੂਹਰੇ ਪੜ੍ਹੀਆਂ ਨੇ, ਤੇ ਉਹਨੂੰ ਤੂੰ ਯਾਦ ਕਰਨਾ ਕਰ। ਕਰ ਗੈ ਲਿਹੋ ਕਿਰਪਾਲ ਕਿਰਪਾ ਨਿਦ, ਨਾਨਕ ਕਾਟ ਭਰਮ ਪਰੀ। ਹੇ ਦਿਆਲ, ਹੇ ਦਇਆ ਦੇ ਸਮੁੰਦਰ, ਕਿਰਪਾ ਨਿਦ ਨਾਨਕ ਕਾਟ ਭਰਮ ਜਰੀ। ਨਾਨਕ ਦਾ ਹੱਥ ਫੜ ਲੈ ਤੇ ਭਰਮਾਂ ਦੀ ਪੰਡ ਮੇਰੇ ਉੱਤੋਂ ਲਾ ਦੇ। ਭਾਵ ਹੈ ਪ੍ਰਮਾਤਮਾ ਕਿਰਪਾ ਕਰ ਕਿ ਭਰਮਾਂ ਦੀ ਪੰਡ ਮੇਰੇ ਉੱਪਰੋਂ ਲੈ ਜੇ, ਤੇ ਦਇਆ ਕਰ, ਸਾਡਾ ਹੱਥ ਫੜ ਨਾ ਕਰੋ। ਰੇ ਮਨ ਮੂਸ ਬਿਲਾ ਮੈਂ ਗਰਬਤ, ਕਰਤਵ ਕਰਤ ਮਹਾ ਮੁਕਨਾ। ਤੂੰ ਇਹ ਸਰੀਰ ਵਿੱਚ ਮਾਣ ਕਰਦਾ ਜਿਵੇਂ ਚੂਹਾ ਖੁੱਡ ਵਿੱਚ ਰਹਿ ਕੇ ਹੰਕਾਰ ਕਰਦਾ, ਤੇ ਤੂੰ ਵੱਡੇ ਮੂਰਖਾਂ ਵਾਲੇ ਕੰਮ ਕਰਦਾ ਹੈ। ਸੰਪਤ ਦੋਲ ਝੋਲ ਸੰਗ ਝੂਲਤ,
ਮਾਇਆ ਮਗਨ ਭ੍ਰਮਤ ਕੋਕਨਾ। ਤੂੰ ਮਾਇਆ ਦੇ ਪੰਘੂੜੇ ਵਿੱਚ ਹੁਲਾਰੇ ਲੈ ਕੇ ਝੂਟ ਰਿਹਾ ਹੈ ਅਤੇ ਮਾਇਆ ਵਿੱਚ ਮਸਤ ਹੈ ਤੇ ਉੱਲੂ ਵਾਂਗ ਭਟਕ ਰਿਹਾ ਹੈ, ਪਤਾ ਨਹੀਂ ਲੱਗ ਰਿਹਾ ਕੁਝ ਵੀ। ਸੁਤ ਬਨਤਾ ਸਾਜਨ ਸੁਖ ਬੰਦਪ, ਤਾਂ ਸਿਓ ਮੋਹ ਵਡਿਓ ਸੋ ਘਨਾ। ਪੁੱਤਰ ਇਸਤਰੀ ਮਿੱਤਰ ਸੰਸਾਰ ਦੇ ਸੁਖ ਅਤੇ ਸੰਬੰਧੀ ਇਹਨਾਂ ਨਾਲ ਤੇਰਾ ਮੋਹ ਵੱਧ ਰਿਹਾ ਹੈ। ਖਿਆਲ ਕਰ ਪਰਮਾਤਮਾ ਵਿਸਰ ਰਿਹਾ ਹੈ, ਇਹਨਾਂ ਨਾਲ ਮੋਹ ਵੱਧ ਰਿਹਾ ਹੈ। ਬੋਇਓ ਬੀਜ ਅਹੰ ਮਮ ਅੰਕਰ, ਬੀਤਤ ਆਦ ਕਰਤ ਅਗਨਾ। ਤੂੰ ਆਪਣੇ ਅੰਦਰ ਹਉਮੈ ਦਾ ਬੀਜ ਬੀਜਿਆ ਹੋਇਆ ਹੈ, ਜਿਤੋਂ ਮਮਤਾ ਦਾ ਅੰਗੂਰ ਉਗ ਰਿਹਾ ਹੈ, ਤੇ ਤੇਰੀ ਉਮਰ ਇਹ ਪਾਪ ਕਰਦਿਆਂ ਬੀਤ ਰਹੀ ਹੈ। ਮਿਰਤ ਮਝਾਰ ਪਸਾਰ ਮੁਖ ਨਿਰਖਤ, ਪੁੰਚਤ ਭੁਗਤ ਪੂਕ ਭੁਖਨਾ। ਮੌਤ ਰੂਪ ਬਿੱਲਾ ਮੂੰਹ ਖੋਲ ਕੇ ਤੈਨੂੰ ਤੱਕ ਰਿਹਾ ਹੈ, ਦੇਖ ਰਿਹਾ ਜਿਵੇਂ ਬਿੱਲੀ ਦੀ ਜਾਂ ਬਿੱਲੇ ਦੀ ਪਦਾਰਥ ਤੇ ਨਿਗਾਹ ਹੁੰਦੀ ਹੈ, ਐਦਾਂ ਮੌਤ ਰੂਪ ਬਿੱਲੇ ਦੀ ਨਿਗਾਹ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਮਿਰਤ ਮਜ਼ਾਰ, ਮਿਰਤ ਮੌਤ, ਮਜ਼ਾਰ ਭਾਵ ਬਿੱਲਾ। ਮੁਖ ਪਸਾਰ ਕੀ, ਮੁਖ ਪਸਾਰ ਮੂੰਹ ਖੋਲ ਕੇ, ਨਿਰਖਤ ਭਾਵ ਵੇਖਦਾ ਹੈ। ਪੁੰਚਤ ਭੁਗਤ, ਭੋਗਾਂ ਨੂੰ ਭੋਗਦਾ ਭੋਗਦਾ, ਪਰ ਤੂੰ ਭੋਗਾਂ ਨੂੰ ਭੋਗ ਰਿਹਾ ਫਿਰ ਵੀ ਤ੍ਰਿਸ਼ਨਾ ਅਧੀਨ ਤੂੰ ਭੁੱਖਾ ਹੀ ਹੈ, ਤ੍ਰਿਸ਼ਨਾ ਤੇਰੀ ਮੁੱਕ ਨਹੀਂ ਰਹੀ ਹੈ। ਸਿਮਰ ਗੋਪਾਲ ਦਿਆਲ ਸਤ ਸੰਗਤ, ਨਾਨਕ ਜਗ ਜਾਣਤ ਸੁਪਨਾ। ਹੇ ਮਨ, ਸੰਸਾਰ ਨੂੰ ਸੁਪਨਾ ਜਾਣ ਕੇ ਸਤ ਸੰਗ ਵਿੱਚ ਟਿਕ ਕੇ ਗੋਪਾਲ ਦਿਆਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਿਮਰਨਾ ਕਰ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।